गुड मॉर्निंग स्टूडेंट्स। ਅੱਜ ਅਸੀਂ ਡਿਸਕਸ ਕਰਾਂਗੇ ਕਿ ਤੁਹਾਡਾ ਜਿਹੜਾ ਰਿਜ਼ਿਊਮੇ ਆ ਉਹਨੂੰ ਕਿਸ ਤਰੀਕੇ ਨਾਲ ਅਸੀਂ ਇਫੈਕਟਿਵਲੀ ਰਾਈਟ ਕਰ ਸਕਦੇ ਹਾਂ। ਸੋ ਰਾਈਟਿੰਗ ਦਾ ਇਫੈਕਟਿਵ ਰਿਜ਼ਿਊਮੇ ਅੱਜ ਦਾ ਟੌਪਿਕ ਹੈ ਬਿਕੋਜ਼ ਇਟ ਇਜ਼ ਦ ਫਸਟ ਸਟੈਪਸ ਟੁਵਰਡਸ ਲੈਂਡਿੰਗ ਯੂਰ ਜੌਬ। ਤੁਹਾਡੀ ਨੌਕਰੀ ਦੇ ਲਈ ਤੁਹਾਡਾ ਪਹਿਲਾ ਕਦਮ ਹੈ ਉਹ ਤੁਹਾਡਾ ਰਿਜ਼ਿਊਮੇ ਹੈ। ਸੋ ਉਹਨੂੰ ਅਸੀਂ ਅੱਜ ਡਿਸਕਸ ਕਰਨ ਜਾ ਰਹੇ ਹਾਂ। ਵਾਟ ਇਜ਼ ਰਿਜ਼ਿਊਮੇ? ਰਿਜ਼ਿਊਮੇ ਇੱਕ ਬਰੀਫ ਸਮਰੀ ਹੈ ਤੁਹਾਡੀ ਐਜੂਕੇਸ਼ਨ ਦੀ, ਤੁਹਾਡੇ ਐਕਸਪੀਰੀਅੰਸ ਦੀ, ਤੁਹਾਡੇ ਅਕੰਪਲਿਸ਼ਮੈਂਟਸ ਦੀ ਤੇ ਅਦਰ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਜੋ ਵੀ ਨੇ ਕਿਸੇ ਪਰਸਨ ਦੀਆਂ, ਤਾਂ ਕਿ ਉਹ ਕਿਸੇ ਨੌਕਰੀ ਲਈ ਜਦੋਂ ਅਪਲਾਈ ਕਰਦਾ ਤਾਂ ਉਹਦੇ ਬਾਰੇ ਦੱਸ ਸਕੇ, ਇੱਕ ਪਿਕਚਰ ਦੇ ਸਕੇ। Your resume should be a reflection of work experience, your education, your accomplishment, your achievement, your professional qualification, your professionalism, ਤੁਹਾਡੀਆਂ ਕੀ ਸਕਿੱਲਸ ਨੇ, ਰਾਈਟਿੰਗ ਸਕਿੱਲਸ ਕੀ ਨੇ, ਤੁਹਾਡੀਆਂ ਹੌਬੀਜ਼ ਕੀ ਨੇ, ਉਹਨਾਂ ਸਾਰਿਆਂ ਦੀ ਇੱਕ ਪਿਕਚਰ ਹੈ। ਸੋ why it is needed? क्योंकि रिज्यूमे is a first introduction to employer even before your personal appearance। ਤੁਹਾਡੀ ਆਪਣੀ ਪਰਸਨਲ ਅਪੀਅਰੈਂਸ ਤੋਂ ਪਹਿਲਾਂ ਤੁਹਾਡੀ ਜਿਹੜੀ ਅੰਪਲਾਇਰ ਦੇ ਨਾਲ ਇੰਟਰੋਡਕਸ਼ਨ ਉਹ ਤੁਹਾਡਾ ਰਿਜ਼ਿਊਮੇ ਕਰਾਉਂਦਾ ਹੈ। ਸੋ ਜੇ ਰਿਜ਼ਿਊਮੇ ਇਫੈਕਟਿਵ ਹੋਊਗਾ ਤਾਂ ਯੂ ਵਿਲ ਡੈਫੀਨੇਟਲੀ ਗੈਟ ਦਾ ਜੌਬ। ਸੋ ਇਹਨੂੰ ਦੇ ਉੱਤੇ ਬਹੁਤ ਹੀ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਪਰ ਸਾਡੇ ਸਟੂਡੈਂਟਸ ਕੀ ਕਰਦੇ ਨੇ, ਜਦੋਂ ਬਾਇਓਡਾਟਾ ਜਾਂ ਰਿਜ਼ਿਊਮੇ ਤਿਆਰ ਕਰਨ ਦੀ ਵਾਰੀ ਆਉਂਦੀ ਹੈ ਉਹ ਕੀ ਕਰਦੇ ਨੇ, ਕਿਸੇ ਨਾ ਕਿਸੇ ਕੰਪਿਊਟਰ ਸੈਂਟਰ ਕੋਲ ਜਾਂਦੇ ਨੇ, ਯਾਰ ਮੇਰਾ ਰਿਜ਼ਿਊਮੇ ਤਿਆਰ ਕਰ ਦੇ, ਜਾਂ ਉਹ ਕਿਸੇ ਨਾ ਕਿਸੇ ਆਪਣੇ ਫਰੈਂਡ ਕੋਲ ਜਾਂਦੇ ਨੇ, ਯਾਰ ਤੇਰਾ ਜੋ ਬਣਿਆ ਉਹਨੂੰ ਕਾਪੀ ਕਰ ਦੇ। ਸੋ ਇਦਾਂ ਨਾ ਕਰੋ। ਕਿਸ ਤਰੀਕੇ ਤੁਸੀਂ ਰਿਜ਼ਿਊਮੇ ਤਿਆਰ ਕਰਨਾ ਅੱਜ ਅਸੀਂ ਉਹਨੂੰ ਡਿਸਕਸ ਕਰਾਂਗੇ। ਵਾਟ ਇਜ਼ ਰਿਜ਼ਿਊਮੇ? ਰਿਜ਼ਿਊਮੇ ਇੱਕ ਮਾਰਕੀਟਿੰਗ ਟੂਲ ਹੈ ਜਿਹੜਾ ਤੁਹਾਨੂੰ ਤੁਹਾਡੇ ਵਿੱਚ ਹੈ ਕੀ ਆ, ਤੁਹਾਡੀਆਂ ਕੀ ਕੁਆਲਿਟੀਜ਼ ਨੇ, ਮਾਰਕੀਟ ਦੇ ਵਿੱਚ ਤੁਹਾਡੀ ਵੈਲਿਊ ਕਿਵੇਂ ਪਵੇ ਉਹਦੇ ਬਾਰੇ ਦੱਸਦਾ ਹੈ। ਇਟ ਇਜ਼ ਅ ਰਿਕੁਐਸਟ ਫॉर ਐਨ ਇੰਟਰਵਿਊ। ਇੰਟਰਵਿਊ ਦੇ ਲਈ ਇੱਕ ਰਿਕੁਐਸਟ ਲੈਟਰ ਦੇ ਤੌਰ ਤੇ ਕੰਮ ਕਰਦਾ। ਯੂਅਰ ਬਿਗ ਪਿਕਚਰ, ਤੁਹਾਡਾ ਪ੍ਰੋਫਾਈਲ ਕੀ ਹੈ, ਤੁਹਾਡੇ ਕੀ ਕੁਆਲੀਫਿਕੇਸ਼ਨ ਨੇ, ਕਿੱਦਾਂ, ਸਾਰਾ ਕੁਝ ਤੁਹਾਡਾ ਬਾਰੇ ਦੱਸਦਾ ਹੈ। ਮਾਰਕੀਟਿੰਗ ਟੂਲ ਦੀ ਜੇ ਗੱਲ ਕਰੀਏ ਕਿੱਦਾਂ, ਯੂਅਰ ਫਸਟ ਟੂਲ ਫॉर ਬਿਲਡਿੰਗ ਅ ਕੈਰੀਅਰ, ਕਿਉਂਕਿ ਤੁਹਾਡਾ ਕੈਰੀਅਰ ਬਣਾਉਣ ਦੇ ਵਿੱਚ ਸਭ ਤੋਂ ਪਹਿਲਾ ਹੀ ਜਿਹੜਾ ਟੂਲ ਹੈ ਉਹ ਰਿਜ਼ਿਊਮੇ ਹੈ। ਦਾ ਫਸਟ ਇੰਪ੍ਰੈਸ਼ਨ ਆ ਪ੍ਰੋਸਪੈਕਟਿਵ ਅੰਪਲਾਇਰ ਹੈਜ਼ ਆਫ ਯੂ। ਤੁਹਾਡੇ ਬਾਰੇ ਜਿਹੜਾ ਇੱਕ ਅੰਪਲਾਇਰ ਆ ਉਹਦਾ ਕੀ ਇੰਪ੍ਰੈਸ਼ਨ ਹੋਊਗਾ ਉੱਥੋਂ ਪਤਾ ਲੱਗਦਾ ਹੈ। ਆ ਸੈਲਿੰਗ ਟੂਲ ਦੈਟ ਅਲਾਉ ਟੂ ਹਾਈਲਾਈਟ ਟੂ ਅੰਪਲਾਇਰ ਹਾਊ ਯੂ ਕੈਨ ਕੰਟਰੀਬਿਊਟ ਦ ਕੰਪਨੀ। ਉਹ ਇੱਕ ਸੈਲਿੰਗ ਟੂਲ ਹੈ ਜਿਹੜਾ ਅੰਪਲਾਇਰ ਨੂੰ ਦੱਸਦਾ ਕਿ ਇਹ ਬੰਦਾ ਮੇਰੀ ਕੰਪਨੀ ਦੇ ਲਈ ਕਿੱਦਾਂ ਫਾਇਦੇਮੰਦ ਹੋ ਸਕਦਾ ਹੈ। Today, due to the COVID-19 pandemic, most of the companies are looking their employees who can work from home. Even ਜਿਹੜੀਆਂ ਨੇ ਗਈਆਂ ਗੂਗਲਸ, ਮਾਈਕਰੋਸਾਫਟ, ਉਹਨਾਂ ਸਾਰਿਆਂ ਨੇ ਸੋਚਿਆ ਕਿ ਜਿਹੜੇ ਨੇ ਉਹਨਾਂ ਦੇ EMPLOYEES ਘਰ ਤੋਂ ਕੰਮ ਕਰ ਸਕਦੇ ਨੇ, ਸਾਨੂੰ ਐਡੇ ਆਫਿਸਿਸ ਦੀ ਕੀ ਜ਼ਰੂਰਤ ਹੈ। ਸੋ ਯੂਰ ਰਿਜ਼ਿਊਮੇ ਇਜ਼ ਦਾ ਬੈਸਟ ਟੂ ਗੈਟ ਯੂ EMPLOYEEBLE। ਉਹਨਾਂ ਕੰਪਨੀਆਂ ਦੇ ਵਿੱਚ ਨੌਕਰੀ ਲੈਣ ਲਈ ਤੁਹਾਡਾ ਰਿਜ਼ਿਊਮੇ ਜਿਹੜਾ ਤੁਹਾਡੇ ਲਈ ਬਹੁਤ ਸਹਾਇਕ ਹੋ ਸਕਦਾ ਹੈ। ਰਿਕੁਐਸਟ ਫॉर ਐਨ ਇੰਟਰਵਿਊ। ਪਰਪਸ ਆਫ ਦਾ ਰਿਜ਼ਿਊਮੇ ਇਜ਼ ਟੂ ਗੈਟ ਯੂ ਐਨ ਇੰਟਰਵਿਊ। ਨੌਕਰੀ ਦੇ ਲਈ, ਕਾਲ ਦੇ ਲਈ, ਇੰਟਰਵਿਊ ਦੇ ਲਈ ਤੁਹਾਡਾ ਜਿਹੜਾ ਰਿਜ਼ਿਊਮੇ ਹੈ ਉਹ ਬਹੁਤ ਸਹਾਈ ਹੁੰਦਾ ਹੈ। ਮਸਟ ਕੈਪਚਰ ਦਾ ਰੀਡਰਸ ਇੰਟਰਸਟ ਐਂਡ ਅਟੈਂਸ਼ਨ। ਜਿਹੜਾ ਰੀਡਰ ਹੈ, ਜਿਹੜਾ ਅੰਪਲਾਇਰ ਹੈ, ਉਹਦਾ ਅਟੈਂਸ਼ਨ ਹੁੰਦੀ ਹੈ ਕਿ ਜਦੋਂ ਪੜ੍ਹਦਾ ਕਿ ਹਾਂ ਇਸ ਦੇ ਵਿੱਚ ਆ ਖੂਬੀਆਂ ਨੇ। ਮਸਟ ਕਨਵਿੰਸ ਦਾ ਅੰਪਲਾਇਰ ਦੈਟ ਯੂ ਹੈਵ ਦਾ ਐਬਿਲਿਟੀ ਟੂ ਫਿਲ ਦੇਅਰ ਪੋਜੀਸ਼ਨ। ਯੂਅਰ ਬਿਗ ਪਿਕਚਰ, ਆ ਸਨੈਪਸ਼ਾਟ ਆਫ ਵਟ ਯੂ ਬਲੀਵ your most important experience and qualification। ਤੁਹਾਡੀ ਕੁਆਲੀਫਿਕੇਸ਼ਨ, ਤੁਹਾਡੇ ਐਕਸਪੀਰੀਅੰਸਿਸ ਕੀ ਨੇ, ਤੁਹਾਡੀਆਂ ਹੌਬੀਜ਼ ਕੀ ਨੇ, ਤੁਹਾਡਾ ਬਿਹੇਵੀਅਰ ਕੀ ਹੈ, ਤੁਹਾਡਾ ਸਭ ਕੁਝ ਤੁਹਾਡੇ ਰਿਜ਼ਿਊਮੇ ਤੋਂ ਇੱਕ ਬਹੁਤ ਵਧੀਆ ਪਿਕਚਰ ਬਾਹਰ ਆਉਂਦੀ ਹੈ। ਇੰਪੋਰਟੈਂਸ ਆਫ ਪ੍ਰੋਪਰ ਰਿਜ਼ਿਊਮੇ ਰਾਈਟਿੰਗ ਗਿਵਸ ਦਾ ਰੀਡਰ ਅ ਬੈਟਰ ਅੰਡਰਸਟੈਂਡਿੰਗ ਆਫ ਪ੍ਰਾਇਰ ਵਰਕ ਐਕਸਪੀਰੀਅੰਸ। ਪਹਿਲਾਂ ਕੀ ਕੀਤਾ ਤੁਸੀਂ, ਤੁਹਾਡੀਆਂ ਸਟਰੈਂਥਸ ਕੀ ਨੇ, ਜੌਬ ਕੁਆਲੀਫਿਕੇਸ਼ਨ ਕੀ ਨੇ, ਐਜੂਕੇਸ਼ਨਲ ਬੈਕਗਰਾਊਂਡ ਕੀ ਹੈ, ਪਰਸਨਲ ਬੈਕਗਰਾਊਂਡ ਕੀ ਹੈ, ਲੈਵਲ ਆਫ ਪ੍ਰੋਫੈਸ਼ਨਲਿਜ਼ਮ ਕੀ ਹੈ, ਪੋਟੈਂਸ਼ੀਅਲਸ ਐਜ਼ ਐਨ EMPLOYEE ਕੀ ਨੇ ਤੁਹਾਡੀ। So resume essentials ਦੇ ਵਿੱਚ before you write take a time to do a self assessment on paper। ਪਹਿਲਾਂ ਇਦਾਂ ਹੀ ਨਹੀਂ ਕਿ ਸਿੱਧਾ ਲਿਖਣਾ ਸ਼ੁਰੂ ਕਰ ਦਿਓ, ਆਪਣੀ ਆਊਟਲਾਈਨ ਕਰੋ ਇੱਕ ਇੱਕ ਚੀਜ਼ ਨੂੰ। ਤੁਹਾਡੀਆਂ ਸਕਿੱਲਸ ਕੀ ਨੇ, ਤੁਹਾਡੀਆਂ ਅਬਿਲਿਟੀਜ਼ ਕੀ ਨੇ, ਤੁਹਾਨੂੰ ਕਿਹੜੇ ਕਿਹੜੇ ਅਵਾਰਡਸ ਮਿਲੇ ਨੇ, ਤੁਹਾਡੇ ਵਰਕ ਐਕਸਪੀਰੀਅੰਸਿਸ ਕੀ ਨੇ, ਤੁਹਾਡੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕੀ ਨੇ। ਦਿਸ ਵਿਲ ਮੇਕ ਇਟ ਈਜ਼ੀਅਰ ਟੂ ਪ੍ਰਿਪੇਅਰ ਅ ਥੋਰੋ ਰਿਜ਼ਿਊਮੇ। ਰਾਈਟਿੰਗ ਐਨ ਇਫੈਕਟਿਵ ਰਿਜ਼ਿਊਮੇ ਦੋ ਤਰ੍ਹਾਂ ਦੇ ਉਹਦੇ ਵਿੱਚ ਇਨਫੋਰਮੇਸ਼ਨ ਆ। ਵਾਟ ਇਨਫੋਰਮੇਸ਼ਨ ਸ਼ੁੱਡ ਬੀ ਇਨ ਅ ਰਿਜ਼ਿਊਮੇ ਤੇ ਉਸ ਦੀਆਂ ਕੀ ਵਿਸ਼ੇਸ਼ਤਾਵਾਂ ਹੋਣ, ਇਹਨਾਂ ਦੇ ਉੱਤੇ ਅਸੀਂ ਵਿਸ਼ੇਸ਼ ਤੌਰ ਤੇ ਧਿਆਨ ਦੇਣਾ। ਸੋ ਸਭ ਤੋਂ ਪਹਿਲਾਂ ਕਿਹੜੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ? ਆਇਡੈਂਟੀਫਾਈ ਯੂਅਰਸੈਲਫ, ਯੂਅਰ ਐਜੂਕੇਸ਼ਨ। ਅੱਗੇ ਕਿਹੜੀ ਐਜੂਕੇਸ਼ਨ ਕੰਟੀਨਿਊ ਕਰ ਰਹੇ ਹੋ। ਸਪੋਜ਼ ਕਰੋ ਕਿ ਤੁਸੀਂ ਨੇ
बीटेक कर ली है ਜਾਂ ਤੁਸੀਂ ਗ੍ਰੈਜੂਏਸ਼ਨ ਕਰ ਲਈ ਹੈ, ਤੁਸੀਂ ਅੱਗੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਹੋ ਜਾਂ ਤੁਸੀਂ ਅੱਗੇ ਮਾਸਟਰਸ ਕਰ ਰਹੇ ਹੋ, ਉਹ ਸਾਰਾ ਹੋਣਾ ਚਾਹੀਦਾ। ਵਰਕ ਔਰ ਪ੍ਰੋਫੈਸ਼ਨਲ ਐਕਸਪੀਰੀਅੰਸ, ਵੋਲੰਟੀਅਰ ਐਕਸਪੀਰੀਅੰਸ ਤੁਹਾਡੀਆਂ ਕੀ ਨੇ, ਤੁਹਾਡੇ ਐਕਟੀਵਿਟੀਜ਼ ਕੀ ਨੇ, ਤੁਹਾਡੀਆਂ ਸਕਿੱਲਸ ਕੀ ਨੇ, ਤੁਹਾਡੀਆਂ ਪ੍ਰੋਫੈਸ਼ਨਲ ਐਸੋਸੀਏਸ਼ਨਸ ਕੀ ਨੇ ਤੁਹਾਡੇ ਕਾਲਜ ਦੇ ਵਿੱਚ ਜਾਂ ਤੁਹਾਡੇ ਬਾਹਰ ਕਿਸੇ ਵੀ ਕਲੱਬਸ ਦੇ ਨਾਲ ਜਾਂ ਕੋਈ NGOs ਦੇ ਨਾਲ ਤੁਹਾਡੇ ਕੀ ਲਿੰਕਸ ਆ, ਤੁਸੀਂ ਕੀ ਕੀ ਕੰਮ ਕਰ ਰਹੇ ਹੋ, ਤੁਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਜਾਂ ਦੂਸਰੇ ਨਾਲ ਕੀ ਕੀ ਕੰਮ ਕਰ ਰਹੇ ਹੋ। ਆਪਸ਼ਨਲ ਸੈਕਸ਼ਨ ਦੇ ਵਿੱਚ ऑब्जेक्टिव्स, स्पेशल स्किल्स एंड एबिलिटीज़ ਨੂੰ ਪਾ ਸਕਦੇ ਹੋ, ਰੈਫਰੈਂਸ ਸਟੇਟਮੈਂਟਸ ਨੂੰ ਪਾ ਸਕਦੇ ਹੋ। ਸੋ ਕਰੈਕਟਰਿਸਟਿਕਸ ਆਫ ਅ ਸਕਸੈਸਫੁਲ ਰਿਜ਼ਿਊਮੇ ਦੀਆਂ ਵਿਸ਼ੇਸ਼ਤਾਵਾਂ ਕੀ ਹੋਣੀਆਂ ਚਾਹੀਦੀਆਂ। ਫੋਕਸ ਔਨ ਸਕਿੱਲਸ, ਜਿਹੜੀਆਂ ਤੁਹਾਡੀਆਂ ਸਕਿੱਲਸ ਨੇ ਨਾ ਉਹਨਾਂ ਦੇ ਉੱਤੇ ਵਿਸ਼ੇਸ਼ ਫੋਕਸ ਕਰੋ। ਯੂਜ਼ ਐਕਸ਼ਨ ਵਰਡਸ ਟੂ ਡਿਫਾਈਨ ਦ ਰਿਸਪੌਂਸਿਬਿਲਿਟੀਜ਼ ਆਫ ਯੋਰ ਰਿਲੇਟਡ ਐਕਸਪੀਰੀਅੰਸ, ਜਿਹੜੀਆਂ ਤੁਹਾਡੀਆਂ ਜੌਬ ਰਿਲੇਟਡ ਐਕਸਪੀਰੀਅੰਸਿਸ ਨੇ ਉਹਨਾਂ ਨੂੰ ਡਿਫਾਈਨ ਕਰਨ ਦੇ ਲਈ ਐਕਸ਼ਨ ਵਰਡਸ ਨੂੰ ਯੂਜ਼ ਕਰੋ। ਮਸਟ ਆਲਵੇਜ਼ ਬੀ 100% ਟਰੂਥਫੁਲ, ਹਮੇਸ਼ਾ 100% ਜਿਹੜਾ ਸਹੀ ਜਿਹੜੀ ਹੈ ਜਾਣਕਾਰੀ ਦੇਣੀ ਹੈ ਆਪਣੇ ਰਿਜ਼ਿਊਮੇ 'ਚ, ਕਦੇ ਗਲਤ ਜਾਣਕਾਰੀ ਨਾ ਦਿਓ। ਕਈ ਵਾਰ ਸਟੂਡੈਂਟਸ ਕੀ ਕਰਦੇ ਆ ਕਿ ਆਈ ਨੋ ਇੰਗਲਿਸ਼, ਹਿੰਦੀ, ਪੰਜਾਬੀ, ਪਰ ਜਦੋਂ ਪਹਿਲਾ ਕੁਐਸਚਨ ਇੰਗਲਿਸ਼ 'ਚ ਪੁੱਛਿਆ ਜਾਂਦਾ ਉਹਨਾਂ ਨੂੰ ਨਹੀਂ ਆਉਂਦਾ। ਈਜ਼ੀ ਟੂ ਰੀਡ ਐਂਡ ਅੰਡਰਸਟੈਂਡ, ਵਿਜ਼ੂਅਲੀ ਪਾਵਰਫੁਲ ਐਂਡ ਫ੍ਰੀ ਆਫ ਗਿਮਿਕਸ, ਲੈਂਗੁਏਜ ਇਜ਼ ਗ੍ਰਾਮੈਟਿਕਲੀ ਕਰੈਕਟ। Characteristics of successful resume ਦੇ ਵਿੱਚ ਕੀ ਹੈ, spellings has been checked, formal style, contains no inappropriate personal information, data presented in chronological order ਹੋਣਾ ਚਾਹੀਦਾ unless ਕਿ functional ਹੋਵੇ। ਉਹਦੇ 'ਚ ਕੋਈ ਜ਼ਰੂਰੀ ਨਹੀਂ ਕਿ ਅਸੀਂ chronological order 'ਚ ਹੀ ਜਾਣਾ। 1 page or at most 2 pages long, produced on a computer, ਕੰਪਿਊਟਰ ਦੇ ਉੱਤੇ ਬਣਾਇਆ ਹੋਵੇ। basic checklist ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। important title should be emphasized, experiments with font styles, bold, italic ਤੇ underline ਉਹਨਾਂ ਨੂੰ ਜ਼ਰੂਰ ਕਰੋ। 2 ਜਾਂ 3 ਸਟਾਈਲਸ ਤੋਂ ਜ਼ਿਆਦਾ ਨਾ ਯੂਜ਼ ਕਰੋ। information is logically recorded, use action verbs for accomplishments and results, ਤੁਹਾਡੀਆਂ ਜਿਹੜੀਆਂ ਅਚੀਵਮੈਂਟਸ ਨੇ ਜਾਂ ਰਿਜ਼ਲਟਸ ਨੇ ਉਹਨਾਂ ਲਈ ਐਕਸ਼ਨ ਵਰਬਸ ਨੂੰ ਯੂਜ਼ ਕਰੋ। layout makes reading easy, use of white space is effective। basic checklist ਦੇ ਵਿੱਚ नो स्पैलिंग और ग्रामर एरर्स नहीं होनी चाहिए, नीट ते क्लीन होना चाहिए, प्रोफेशनल लुकिंग होना चाहिए, लेंथ शुड बी 1 or 2 पेज, बुलेट पॉइंट्स व्हेन पॉसिबल फॉर अकम्पलिशमेंट्स, क्वांटिफाई योर रिजल्ट्स व्हेनेवर यू कैन। ट्रेडिशनल रिज्यूमे राइटिंग ਦੇ ਵਿੱਚ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਹੈਡਿੰਗ ਹੋਣਾ ਚਾਹੀਦਾ ਜੀ ਤੁਹਾਡਾ ਨਾਮ, ਤੁਹਾਡਾ ਪਰਮਨੈਂਟ ਐਡਰੈਸ, ਟੈਲੀਫੋਨ ਨੰਬਰ, ਈਮੇਲ ਐਡਰੈਸ। ऑब्जेक्टिव ये ऑप्शनल हो सकते हैं, पर्सनल मिशन की हो सकते हैं, कई बार अपना मिशन दस दिंदा बंदा। फोकस ऑन पोजीशन अप्लाइंग फॉर, लिमिट 2 or 3 स्टैंड से ज़्यादा, 2 या 3 तो ज़्यादा नहीं होने चाहिए। एजुकेशन, किहड़े इंस्टीट्यूट्स नूं तुसीं अटैंड कीता, उन्हां दा एड्रैस, ਉਹ ਕਿਹੜੇ ਯੂਨੀਵਰਸਿਟੀ ਦੇ ਨਾਲ ਰਿਲੇਟਡ ਨੇ ਉਹਨਾਂ ਦੇ ਬਾਰੇ ਡਿਟੇਲਸ ਹੋਣੀਆਂ ਚਾਹੀਦੀਆਂ। ਡਿਪਲੋਮਾ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਟ, ਉਹ ਡੇਟ, ਮੰਥ ਤੇ ਈਅਰ ਵਾਈਜ਼ ਹੋਣਾ ਚਾਹੀਦਾ। ਤੁਹਾਡੇ GPA ਜਾਂ ਕਿੰਨੀ ਪਰਸੈਂਟੇਜ ਆ ਉਹ ਸਾਰਾ ਡਿਟੇਲ ਹੋਣੀ ਚਾਹੀਦੀ ਹੈ। ਕੋਈ ਅਵਾਰਡ, ਸਕਾਲਰਸ਼ਿਪ, ਡਿਸਟਿੰਕਸ਼ਨਸ ਵਗੈਰਾ ਮਿਲੇ ਨੇ ਉਹਨਾਂ ਦੀ ਡਿਟੇਲਸ ਹੋਣੀ ਚਾਹੀਦੀ ਹੈ। ਮੇਕ ਅ ਟੇਬਲ ਫॉर ਯੂਅਰ ਕੁਆਲੀਫਿਕੇਸ਼ਨ ਰਿਕਾਰਡ, ਲਿਸਟ ਆਫ ਆਨਲਾਈਨ ਕੋਰਸ ਇਫ ਅਟੈਂਡਡ, ਜੇ ਤੁਸੀਂ ਆਨਲਾਈਨ ਕੋਰਸਿਸ ਵਗੈਰਾ ਅਟੈਂਡ ਕੀਤੇ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਇੱਕ ਅਸੀਂ ਲਿਸਟ ਬਣਾਈਏ। ਐਕਸਪੀਰੀਅੰਸਿਸ, ਯੂਜ਼ ਰਿਵਰਸ ਕ੍ਰੋਨੋਲੋਜੀਕਲ ਆਰਡਰ, ਯੂਜ਼ ਫੰਕਸ਼ਨਲ ਹੈਡਿੰਗ। मतलब एक्सपीरियंस ਦੇ ਵਿੱਚ ਰਿਵਰਸ ਕ੍ਰੋਨੋਲੋਜੀਕਲ ਆਰਡਰ ਦਾ ਮਤਲਬ ਕੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਹੁਣ ਲੇਟੈਸਟ ਜੌਬ ਕਰ ਰਹੇ ਹੋ, ਫਿਰ ਦੂਜੀ, ਫਿਰ ਤੀਜੀ, ਇਸ ਤਰੀਕੇ ਨਾਲ ਚੱਲੋ। ਯੂਜ਼ ਫੰਕਸ਼ਨਲ ਹੈਡਿੰਗਸ ਆਫ ਲਿਸਟ ਟਾਈਪਸ ਆਫ ਐਕਸਪੀਰੀਅੰਸਿਸ, ਤੇ ਜਿਹੜੇ ਨੇ ਰਿਸਰਚ ਵਗੈਰਾ ਜਾਂ ਬਿਜ਼ਨਸ ਵਗੈਰਾ ਜੋ ਵੀ ਤੁਸੀਂ ਕੀਤਾ ਉਹਦੇ ਬਾਰੇ ਡਿਟੇਲਸ ਜਿਹੜੀ ਹੈ ਤੁਹਾਡੀ ਹੋਣੀ ਚਾਹੀਦੀ ਹੈ। ਆਇਡੈਂਟੀਫਾਈ ਆਰਗੇਨਾਈਜੇਸ਼ਨ, ਲੋਕੇਸ਼ਨ, ਜੌਬ ਟਾਈਟਲ ਐਂਡ ਡੇਟਸ ਐਮਪਲੋਇਡ, ਬਰੀਫ ਡਿਸਕ੍ਰਿਪਸ਼ਨ ਆਫ ਟਾਸਕ ਪਰਫਾਰਮਡ, ਜਿਹੜੀਆਂ ਤੁਸੀਂ ਉੱਥੇ ਕੀਤੀਆਂ ਉਹਨਾਂ ਬਾਰੇ ਡਿਟੇਲਸ ਹੋਣੀ ਚਾਹੀਦੀਆਂ ਤੁਹਾਡੀ। skills, list skills alphabetically or chronologically by which most related to position applying for, ਜਿਹੜੀਆਂ ਉਸ position ਜਿੱਥੇ ਅਸੀਂ ਅਪਲਾਈ ਕਰ ਰਹੇ ਹਾਂ ਉਹਦੇ ਰਿਲੇਟਡ ਹੋਣ। brief synopsis of skills, computer skills, ਤੁਸੀਂ ਕੀ ਕੀਤਾ ਜਾਂ ਦੂਸਰੀਆਂ ਕਿਹੜੀਆਂ ਸਕਿੱਲਸ ਨੇ ਉਹਨਾਂ ਬਾਰੇ ਡਿਟੇਲ ਹੋਣੀ ਚਾਹੀਦੀ। ਤੁਹਾਡੇ ਇੰਟਰਸਟ ਜਾਂ ਤੁਹਾਡੇ ਹੌਬੀਜ਼ ਉਹਨਾਂ ਬਾਰੇ ਡਿਟੇਲਸ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਫੰਕਸ਼ਨਲ ਰਿਜ਼ਿਊਮੇ ਉਦੋਂ ਹੁੰਦਾ ਜਦੋਂ ਅਸੀਂ ਕੁਛ ਪਹਿਲਾਂ ਜਿਹੜਾ ਸਾਡਾ ਵਰਕ ਕੀਤਾ ਹੋਇਆ, ਕੰਮ ਕੀਤਾ ਹੋਇਆ, ਕਿਹੜੇ ਜੌਬ ਤੇ ਕੰਮ ਕੀਤਾ ਉਹ ਸਾਰਾ ਅਸੀਂ ਦੱਸਣਾ ਹੁੰਦਾ। ਡਜ਼ ਨਾਟ ਗੋ ਇਨ ਕ੍ਰੋਨੋਲੋਜੀਕਲ ਆਰਡਰ, ਬੇਸਡ ਅਪੋਨ
ਕੰਪੀਟੈਂਸੀਜ਼ ਔਰ ਸਕਿੱਲਸ ਉਹਦੇ ਉੱਤੇ ਹੁੰਦਾ ਯੂਜ਼ਡ ਫॉर ਕੈਰੀਅਰ ਚੇਂजेस ਔਰ ਦੋਜ਼ ਵਿਦ ਅਨਕਨਵੈਨਸ਼ਨਲ ਵਰਕ ਹਿਸਟਰੀਜ਼। ਉਹਨਾਂ ਲਈ ਹੁੰਦਾ ਜਿਹੜੇ ਆਪਣੇ ਕੈਰੀਅਰ ਚੇਂਜ ਕਰਨਾ ਚਾਹੁੰਦੇ ਨੇ, ਸਪੋਜ਼ ਇੱਕ ਫੈਕਟਰੀ ਤੋਂ ਦੂਜੇ 'ਚ ਜਾਣਾ, ਇੱਕ ਕੰਪਨੀ ਤੋਂ ਦੂਸਰੇ 'ਚ ਜਾਣਾ। ਮਾਈਟ ਸੇ ਸੇਲਸ ਐਕਸਪੀਰੀਅੰਸ, ਦੈਨ ਲਿਸਟ ਇਟ, ਟਿਪੀਕਲੀ ਬਰੀਫ ਵਿਦ ਦ ਸਿੰਪਲ ਲਿਸਟ ਆਫ ਪੋਜੀਸ਼ਨਸ ਹੈਲਡ, ਕਿਹੜੀ ਜੌਬ ਤੇ ਰਹੇ ਹੋ। ਡੀ ਐਮਫੇਸਾਈਜ਼ ਇੰਪੋਰਟੈਂਸ ਆਫ ਸਪੈਸੀਫਿਕ ਜੌਬਸ, ਉਹਨਾਂ ਦੇ ਉੱਤੇ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਜ਼ਰੂਰਤ। ਡਰਾਬੈਕਸ ਟੂ ਦਿਸ ਸਿਸਟਮ ਨਾਟ ਐਸ ਪਪੂਲਰ, ਇਹ ਜ਼ਿਆਦਾ ਪਪੂਲਰ ਨਹੀਂ ਹੈਗਾ। ਰਿਜ਼ਿਊਮੇ ਡੂਜ਼ ਕਿਹੜੇ ਨੇ? be relevant, be positive, be accurate, be brief, be specific, write it yourself, make it error free, use bulletin for lists। ਜਿਹੜੇ ਇਹਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਚੀਜ਼ਾਂ ਉਹ ਕਿਹੜੀਆਂ? ਰਾਈਟਿੰਗ, ਹਾਈਟ, weight, sex, ਇਹਨਾਂ ਤੇ ਕੋਈ ਜ਼ਿਆਦਾ ਐਮਫੇਸਾਈਜ਼ ਕਰਨ ਦੀ ਲੋੜ ਨਹੀਂ ਹੈਗੀ। ਚਿਲਡਰਨ ਔਰ ਸੈਲਰੀ ਹਿਸਟਰੀ ਉਹ ਨਹੀਂ ਦੱਸਣ ਦੀ ਲੋੜ ਹੁੰਦੀ। ਡਿਸਕਸ ਐਨੀਥਿੰਗ ਜਿਹੜਾ ਕਿ ਕੰਟਰੋਵਰਸ਼ੀਅਲ ਹੋਵੇ ਉਹ ਨਹੀਂ ਅਸੀਂ ਪਾਉਣਾ ਚਾਹੀਦਾ। ਯੂਜ਼ ਸਲੈਂਗ ਲੈਂਗੁਏਜ, ਸਲੈਂਗ ਲੈਂਗੁਏਜ ਨਹੀਂ ਵਰਤਣੀ। ਮੈਂਸ਼ਨ ਐਨੀਥਿੰਗ ਇਰੈਲੇਵੈਂਟ, ਜਿਹੜਾ ਦੀ ਕੋਈ ਜ਼ਰੂਰਤ ਹੀ ਨਹੀਂ ਉਹ ਚੀਜ਼ਾਂ ਨੂੰ ਮੈਂਸ਼ਨ ਨਾ ਕਰੋ। ਪ੍ਰਿੰਟਿੰਗ ਰਿਜ਼ਿਊਮੇ, ਜਦੋਂ ਰਿਜ਼ਿਊਮੇ ਪ੍ਰਿੰਟ ਕਰਨਾ, ਯੂਜ਼ ਅ ਰਿਜ਼ਿਊਮ ਵਾਈਟ ਪੇਪਰ, use a neutral colors such as white or ivory, laser print if possible, have matching envelopes and paper for cover letters। Writing an effective cover letter, resume ਭੇਜਣਾ ਤਾਂ ਸਾਨੂੰ ਇੱਕ effective cover letter ਵੀ ਉਹਦੇ ਨਾਲ ਹੋਣੀ ਚਾਹੀਦੀ ਹੈ। How to write a cover letter, ਉਹਦੇ rules ਕੀ ਨੇ ਤੇ contents ਕੀ ਨੇ, ਉਹ ਹੁਣ ਡਿਸਕਸ ਕਰਾਂਗੇ। Sample of cover letter, ਸਭ ਤੋਂ ਪਹਿਲਾਂ date ਜਿਹਨੂੰ ਅਸੀਂ ਭੇਜਣੀ ਆ ਉਹ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਗਾ ਜਿਸ ਜੌਬ ਲਈ ਅਪਲਾਈ ਕਰ ਰਹੇ, ਫਿਰ ਕੰਟੈਂਟਸ ਤੁਹਾਡਾ ਆਪਣਾ ਡਿਟੇਲ ਸਾਰਾ ਕੁਝ ਹੋਣਾ ਚਾਹੀਦਾ, ਰਿਗਾਰਡਸ ਥੱਲੇ ਸਿਗਨੇਚਰ ਵਗੈਰਾ ਸਭ ਕੁਝ। ਰੂਲਸ ਟੂ ਰਾਈਟ ਅ ਕਵਰ ਲੈਟਰ, ਗਿਵ ਐਨਫ ਇਨਫੋਰਮੇਸ਼ਨ ਟੂ ਇੰਟਰਸਟ ਦਾ ਰੀਡਰ, ਡੋਂਟ ਓਵਰਵੈਲਮ। ਰਿਸਰਚ ਦਾ ਕੰਪਨੀ, ਐਡਰੈਸ ਦਾ ਲੈਟਰ ਟੂ ਸਪੈਸੀਫਿਕ ਪਰਸਨ, ਕੰਪਨੀ ਬਾਰੇ ਪੂਰੀ ਡਿਟੇਲ ਹਾਸਲ ਕਰੋ, ਕਿਹੜੇ ਬੰਦੇ ਨੂੰ ਅਸੀਂ ਲੈਟਰ ਭੇਜਣੀ ਆ ਉਹਦਾ ਐਡਰੈਸ ਪਾਓ। ਆਨਸਰ ਐਨ ਐਡ, ਜੇ ਕੋਈ ਐਡ ਜੋ ਤੁਹਾਨੂੰ ਪਹਿਲਾਂ ਪਤਾ ਹੈਗੀ ਹੈ ਤਾਂ ਉਹਦੇ ਬਾਰੇ ਜ਼ਰੂਰ ਦੱਸੋ, ਪਰ ਉਹ ਤਾਂ ਪਾਉਣਾ ਜੇ ਤੁਹਾਨੂੰ ਤੁਹਾਡੀਆਂ ਸਕਿੱਲਸ 50% ਉਸ ਐਡ ਦੇ ਵਿੱਚ ਮੰਗੀ ਗਈ ਰਿਕੁਆਇਰਮੈਂਟ ਨੂੰ ਫੁੱਲਫਿਲ ਕਰਦੀਆਂ ਹੁਣ। ਮੈਂਸ਼ਨ ਦਾ ਪਰਸਨ ਹੂ ਰੈਫਰਡ ਯੂ, ਜੇ ਕਿਸੇ ਪਰਸਨ ਨੇ ਰੈਫਰ ਕੀਤਾ ਤੁਹਾਨੂੰ ਕਿ ਉਸ ਕੰਪਨੀ ਲਈ ਅਪਲਾਈ ਕਰੋ ਦੂਜਾ, ਉਹਨੂੰ ਜ਼ਰੂਰ ਮੈਂਸ਼ਨ ਕਰੋ, ਕਿਉਂਕਿ ਕਈ ਵਾਰ ਉਹਦੇ ਕੋਈ ਲਿੰਕਸ ਹੁੰਦੇ ਨੇ ਉਹ ਤੁਹਾਡੇ ਫਾਇਦੇ 'ਚ ਹੋ ਜਾਂਦੇ ਨੇ। ਕਵਰ ਲੈਟਰ ਕੰਟੈਂਟਸ ਕੀ ਹੋਣੇ ਚਾਹੀਦੇ ਨੇ? योर एड्रैस, सिटी, स्टेट इतों स्टार्ट करना सी, टेलीफोन नंबर, फिर डेट, फिर नेम, टाइटल ऑफ द कंपनी, एड्रैस, सिटी, स्टेट एंड जिप ऑफ पर्सन यू आर राइटिंग टू। ग्रीटिंग फॉलोड बाय अ कॉलन, देन उस तो बाद पैराग्राफ 1 दे विच जिहड़ा गा what you want, how you know about the organization, mention enclosures of your resume। पैराग्राफ 2 दे विच concise overview of work history and skills that help you to perform the job। ਕਵਰ ਲੈਟਰ ਦੇ ਜਿਹੜਾ ਤੀਸਰਾ ਪੈਰਾ ਉਹਦੇ ਵਿੱਚ ਹੋਣਾ ਚਾਹੀਦਾ ਸਟੇਟ ਕੌਨਫੀਡੈਂਸ ਇਨ ਯੂਰ ਐਬਿਲਿਟੀ, ਤੁਹਾਡੀ ਕੀ ਐਬਿਲਿਟੀ ਹੈ, ਤੁਸੀਂ ਕਿਸ ਤਰੀਕੇ ਨਾਲ ਜੌਬ ਨੂੰ ਉਸ ਦੇ ਲਈ ਇੰਟਾਈਟਲਡ ਹੋ। ਗਿਵ ਇਨਫੋਰਮੇਸ਼ਨ ਹਾਊ ਯੂ ਕੈਨ ਬੀ ਕੰਟੈਕਟਡ, ਫਿਰ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਕੰਟੈਕਟ ਕਰੇ ਕੰਪਨੀ, ਆਪਣਾ ਈਮੇਲ, ਸਭ ਕੁਝ, ਟੈਲੀਫੋਨ ਨੰਬਰ ਉਹਦੇ ਵਿੱਚ ਦੱਸੋ। ਪੈਰਾਗ੍ਰਾਫ 4 ਐਕਸਪ੍ਰੈਸ ਐਪਰੀਸ਼ੀਏਸ਼ਨ, ਉਹਦੇ ਲਈ ਜ਼ਰੂਰ ਐਪਰੀਸ਼ੀਏਬਲ ਵਰਡਸ ਜ਼ਰੂਰ ਹੋਣੇ ਚਾਹੀਦੇ ਨੇ ਐਂਡ ਦੇ ਵਿੱਚ। ਫਿਰ ਉਸ ਤੋਂ ਬਾਅਦ ਕਲੋਜ਼ਿੰਗ, ਸਿਗਨੇਚਰ ਐਂਡ ਟਾਈਪ ਨੇਮ। ਜ਼ਿਆਦਾਤਰ ਸਟੂਡੈਂਟਸ ਕੀ ਕਰਦੇ ਨੇ ਕਿ ਆਪਣਾ ਸਿਗਨੇਚਰ ਨਹੀਂ ਕਰਦੇ ਰਿਜ਼ਿਊਮੇ ਦੇ ਉੱਤੇ, ਤੇ ਜਿਹੜੀ ਕਵਰ ਲੈਟਰ ਹੈ ਇਹ ਇੱਕ ਬੈਡ ਇੰਪ੍ਰੈਸ਼ਨ ਜਿਹੜਾ ਹੈਗਾ ਜਿਹੜਾ ਅੰਪਲਾਇਰ ਉਹਦੇ ਅੱਗੇ ਜਾਂਦਾ। ਸੋ ਇਹਨੂੰ ਨਹੀਂ ਭੁੱਲਣਾ, ਅਸੀਂ ਸਿਗਨੇਚਰਸ ਕਰਨੇ ਆ, ਫਿਰ ਉਹਦੇ ਮੈਚਿੰਗ ਐਨਵੈਲਪ ਦੇ ਵਿੱਚ ਪਾ ਕੇ ਦੋਨੋਂ ਚੀਜ਼ਾਂ ਅਸੀਂ ਕੰਪਨੀ ਨੂੰ ਐਡਰੈਸ ਕਰਕੇ ਉੱਥੇ ਭੇਜਣਾ। ਦੈਟਸ ਆਲ from my side. Thanks a lot. If you have any queries, you can contact me on guri02@gmail.com, guri02@gmail.com. Thanks a lot.